ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਪਰੰਪਰਾ ਦੀ ਚਰਚਾ ਸ਼ੁਰੂ ਹੋਈ ਤਾਂ ਇਹ ਜਿਵੇਂ ਡਾਕਟਰ ਕੁਲਦੀਪ ਸਿੰਘ ਦੱਸਿਆ ਕਿ ਇਹ ਮਾਡਰਨਿਟੀ ਦੇ ਆਉਣ ਨਾਲ ਸ਼ੁਰੂ ਹੋਈ। ਲੋਕਾਂ ਨੇ ਇਹਨਾਂ ਨੂੰ ਇੱਕ ਦੂਜੇ ਦੇ ਵਿਰੋਧ ਵਿੱਚ ਖੜੇ ਕਰਕੇ ਦੇਖਿਆ ਤੇ ਕੁਝ ਲੋਕਾਂ ਨੇ ਕਿਹਾ ਕਿ ਨਵੀਂ ਰੋਸ਼ਨੀ ਪੱਛਮੀ ਸਿਸਟਮ ਦੇ ਰਾਹੀਂ ਆ ਰਹੀ ਹੈ, ਜਿਹਦੇ ਵਿੱਚ ਖਾਲਸਾ ਕਾਲਜ ਵੀ ਬਣਿਆ। ਇਸ ਤੋਂ ਪਹਿਲਾਂ ਬਨਾਰਸ ਹਿੰਦੂ ਕਾਲਜ ਬਣਿਆ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਬਣੀ। ਉਸ ਤੋਂ ਪਹਿਲਾਂ ਸ਼ਾਇਦ ਫੋਰਟ ਵਿਲੀਅਮ ਕਾਲਜ ਕਲਕੱਤੇ ਬਣਿਆ, ਏਸ਼ੀਆਟਿਕ ਸੁਸਾਇਟੀ ਬਣੀ। ਉਸ ਤੋਂ ਪਹਿਲਾਂ ਇੰਡੋਲੋਜੀ ਦਾ ਸਬਜੈਕਟ ਬਣਿਆ, ਹਿੰਦੁਸਤਾਨ ਨੂੰ ਪੜ੍ਹਨ ਲਈ ਸਮਝਣ ਲਈ ਵੈਸਟ 'ਚ ਪੜ੍ਹਿਆ ਗਿਆ, ਸਮਝਿਆ ਗਿਆ। ਉੱਥੋਂ ਯਾਤਰੀ ਆਏ, ਉਹਨਾਂ ਨੇ ਹਿੰਦੁਸਤਾਨ ਨੂੰ ਸਮਝਿਆ। ਜਰਮਨ ਭਾਸ਼ਾ 'ਚ ਇੱਥੋਂ ਦੇ ਗ੍ਰੰਥਾਂ ਦੇ ਉਲਥੇ ਕੀਤੇ ਗਏ। ਉਸ ਤੋਂ ਬਾਅਦ ਫਿਰ ਮਕੌਲੇ ਹੋਰਾਂ ਨੇ ਹਿੰਦੁਸਤਾਨ ਦੇ ਲੋਕਾਂ ਨੂੰ ਪੜ੍ਹਾਉਣ ਲਿਖਾਉਣ ਲਈ ਐਜੂਕੇਸ਼ਨ ਪਾਲਿਸੀ ਬਣਾਈ, ਇੱਕ ਸਿਸਟਮ ਬਣਾਇਆ। ਉਹਦੀ ਉਹਨਾਂ ਨੂੰ ਕੀ ਲੋੜ ਪਈ? ਉਹ ਲੋੜ ਅੱਜ ਤੱਕ ਬਰਕਰਾਰ ਹੈ। ਉਹ ਲੋੜ ਇਹ ਹੈ ਕਿ ਸਾਡੀ ਜਿਹੜੀ ਟਰੈਡੀਸ਼ਨ ਹੈ ਉਹ ਸਾਨੂੰ ਇੱਕ ਡਿਫੈਂਸ ਦਿੰਦੀ ਹੈ। ਉਸ ਡਿਫੈਂਸ ਦੇ ਨਾਲ ਅਸੀਂ ਤਕੜੇ ਹੋ ਕੇ ਲੜ ਸਕਦੇ ਹਾਂ। ਅਤੇ ਜਿਨ੍ਹਾਂ ਨੇ ਸਾਨੂੰ ਅਧੀਨ ਕਰਨਾ ਆ ਉਹ ਸਾਨੂੰ ਇਕੱਲਿਆਂ ਕਰਨਾ ਚਾਹੁੰਦੇ ਆ। ਉਹ ਸਾਨੂੰ ਸਿੰਗੂਲਰ ਅਤੇ ਇੰਡੀਵਿਜੂਅਲ ਬਣਾਉਣਾ ਚਾਹੁੰਦੇ ਆ, ਤਾਂ ਕਿ ਇਕੱਲਿਆਂ ਕਰਕੇ ਨਿਹੱਥੇ ਕਰਕੇ ਬਾਝ ਭਰਾਵਾਂ ਜੱਟ ਮਾਰਿਆ ਕੋਈ ਨਾ ਮਿਰਜੇ ਸੰਗ। ਸਾਡੀ ਪਰੰਪਰਾ ਵੇਖਦੀ ਆ ਵੀ ਇਕੱਲਤਾ ਦੇ ਵਿੱਚ ਮੌਤ ਆ, ਰੋਗ ਆ। ਅਤੇ ਜਿਨ੍ਹਾਂ ਨੇ ਇਸ ਖਿੱਤੇ ਦੇ ਸ਼ਕਤੀ ਦੇ ਸੋਮਿਆਂ ਨੂੰ, ਜੀਵਨ ਦੇ ਸੋਮਿਆਂ ਨੂੰ ਹਥਿਆਉਣਾ ਆ, ਕਾਬੂ ਕਰਨਾ ਆ, ਉਹਨਾਂ ਦੀ ਇਹ ਪਹਿਲੀ ਜ਼ਰੂਰਤ ਹੈ ਕਿ ਜਿਹੜੇ ਇੱਥੋਂ ਦੇ ਲੋਕ ਆ ਉਹਨਾਂ ਨੂੰ ਉਹਨਾਂ ਦੀ ਪਰੰਪਰਾ ਨਾਲੋਂ ਤੋੜਿਆ ਜਾਵੇ। ਅਤੇ ਜਿਹੜੀ ਪਰੰਪਰਾ ਦੇ ਉੱਤੇ ਚਰਚਾ ਸ਼ੁਰੂ ਹੁੰਦੀ ਹੈ ਉਹ ਲੋਕ ਕਰਦੇ ਆ ਜਿਹੜੇ ਇਸ ਪ੍ਰੋਸੈਸ ਨੂੰ ਦੇਖ ਲੈਂਦੇ ਆ ਕਿ ਇੱਥੇ ਅਸਿਮੀਲੇਸ਼ਨ ਅਤੇ ਐਲੀਮੀਨੇਸ਼ਨ ਦਾ ਪ੍ਰੋਸੈਸ ਚੱਲ ਰਿਹਾ ਹੈ। ਜਾਂ ਤਾਂ ਇਹ ਲੋਕ ਸਾਨੂੰ ਆਪਣੇ ਵਿੱਚ ਵਿਲੀਨ ਕਰਕੇ, ਸਾਡੀਆਂ ਪਰੰਪਰਾਵਾਂ ਤੋਂ ਦੂਰ ਕਰਕੇ ਕਿਸੇ ਚੀਜ਼ ਦੇ ਵਿੱਚ ਸਮਾ ਲੈਣਾ ਚਾਹੁੰਦੇ ਆ, ਜਾਂ ਇਹ ਸਾਨੂੰ ਖਤਮ ਕਰ ਦੇਣਾ ਚਾਹੁੰਦੇ ਆ। ਉੱਥੋਂ ਪਰੰਪਰਾ ਦੀ ਚਰਚਾ ਸ਼ੁਰੂ ਹੁੰਦੀ ਹੈ। ਤਾਂ ਸਾਡੀਆਂ ਪਰੰਪਰਾਵਾਂ ਦੇ ਵਿੱਚ ਮੈਂ ਪਹਿਲੇ ਵਿਦਵਾਨਾਂ ਦੀਆਂ ਕੁਛ ਗੱਲਾਂ ਦੁਬਾਰਾ ਦੁਹਰਾਉਣਾ ਚਾਹੁੰਦਾ, ਤਾਂ ਕਿ ਆਪਾਂ ਕੁਛ ਗੱਲਾਂ ਦੇ ਉੱਤੇ ਪੱਕੇ ਹੋ ਜਾਈਏ। ਤਾਂ ਸਾਡੀ ਪਰੰਪਰਾ ਹੈ ਜੋ ਇਲਹਾਮ ਹੈ, ਜੋ ਧੁਰ ਕੀ ਬਾਣੀ ਹੈ, ਉਹਨੂੰ ਅਮਲ ਵਿੱਚ ਲਿਆਉਣਾ। ਇਹ ਸਾਡੀ ਪਰੰਪਰਾ ਰਹੀ ਹੈ। ਸਾਡੀ ਪਰੰਪਰਾ ਵਿੱਚ ਏਕ ਓਂਕਾਰ ਤੋਂ ਗੱਲ ਸ਼ੁਰੂ ਹੋ ਕੇ ਸਮੁੱਚੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਫੈਲਦੀ ਹੈ। ਇੱਕ ਦਾ ਹੀ ਪਸਾਰਾ ਹੈ, ਕੀਤਾ ਪਸਾਓ ਇੱਕ ਹੀ ਵਿਭਿੰਨਤਾ ਵਿੱਚ ਪਸਰ ਰਿਹਾ ਹੈ। ਤਾਂ ਪਹਿਲੇ ਨੰਬਰ 'ਤੇ ਪਰੰਪਰਾ ਸਾਡੇ ਵਾਲੇ ਪਾਸਿਓਂ ਵੇਖਿਆ ਜਾਵੇ, ਪਛਾਣ ਨੂੰ, ਗੁਰੂਆਂ ਵੱਲ ਨੂੰ, ਅਤੇ ਉਦੋਂ ਟੁੱਟਦੀ ਹੈ ਜਦੋਂ ਕੁਝ ਲੋਕਾਂ ਨੇ ਕਿਸੇ ਇਲਾਕੇ ਦੇ ਲੋਕਾਂ ਨੂੰ ਆਪਣੇ ਅਧੀਨ ਕਰਨਾ ਹੋਵੇ, ਉਹਨਾਂ ਨੂੰ ਗਰੀਬ ਕਰਨਾ ਹੋਵੇ, ਉਹਨਾਂ ਨੂੰ ਇਕੱਲਿਆਂ ਅਤੇ ਨਿਹੱਥਿਆਂ ਕਰਨਾ ਹੋਵੇ, ਉਦੋਂ ਉਹਨਾਂ ਦੀਆਂ ਪਰੰਪਰਾਵਾਂ ਦਾ ਭੰਜਨ ਕੀਤਾ ਜਾਂਦਾ ਹੈ। ਅਤੇ ਇਹ ਪਰੰਪਰਾਵਾਂ ਦਾ ਭੰਜਨ ਜਿਹੜਾ ਕੀਤਾ ਜਾਂਦਾ ਆ ਉਹ ਗਿਆਨ ਦੇ ਰਸਤੇ ਕੀਤਾ ਜਾਂਦਾ ਹੈ। ਕੁਛ ਨਵੇਂ ਮਾਡਲ, ਕੁਛ ਨਵੀਆਂ ਰਵਾਇਤਾਂ ਸਥਾਪਿਤ ਕਰਕੇ ਦਿੱਤਾ ਜਾਂਦਾ ਹੈ। ਜਦੋਂ ਗੁਰੂ ਸਾਹਿਬ ਨੇ ਇੱਥੇ ਗੁਰਬਾਣੀ ਦਾ ਪ੍ਰਕਾਸ਼ ਕੀਤਾ ਤਾਂ ਇਸ ਧਰਤੀ ਦੇ, ਇਸ ਖਿੱਤੇ ਦੇ ਲੋਕਾਂ ਨੂੰ ਪੂਰੀ ਦੁਨੀਆ ਦੇ ਲਈ ਇੱਕ ਮਾਡਲ ਦੇ ਰੂਪ ਵਿੱਚ ਸਿਰਜਿਆ, ਇੱਕ ਵਿਸ਼ਵ ਮਨੁੱਖ ਵਜੋਂ ਸਿਰਜਿਆ, ਜਿਸ ਦੇ ਸਾਹਮਣੇ ਸਾਰੀ ਖਲਕਤ ਆਪਣੀ ਹੈ, ਸਾਂਝੀ ਹੈ। ਪਰ ਇਸ ਦੇ ਉਲਟ ਜਿਹੜੇ ਇਸ ਖਿਆਲ, ਇਸ ਵਿਚਾਰ ਦੇ ਹਾਣੀ ਨਹੀਂ, ਉਹ ਲੋਕ ਹਨ ਜਿਹੜੇ ਸਾਰੀ ਖਲਕਤ ਨੂੰ ਆਪਣੀ ਅਧੀਨ ਵਸਤੂ
ਆਪਣੀ ਰਿਆਇਆ ਬਣਾਉਣਾ ਚਾਹੁੰਦੇ ਨੇ, ਸਾਰੇ ਸ਼ਕਤੀ ਸੋਮਿਆਂ ਉੱਤੇ ਕਬਜ਼ਾ ਕਰਨਾ ਚਾਹੁੰਦੇ ਨੇ, ਚਾਹੇ ਉਹ ਕਾਰਪੋਰੇਟ ਵਰਲਡ ਹੈ, ਚਾਹੇ ਉਹ ਕੁਛ ਅਮੀਰ ਘਰਾਣੇ ਹਨ, ਚਾਹੇ ਉਹ ਪੋਲੀਟੀਸ਼ੀਅਨ ਹਨ। ਇਹ ਸਾਰਿਆਂ ਦਾ ਨੈਕਸਸ ਹੈ ਰਲਿਆ ਹੋਇਆ। ਤਾਂ ਸਿੱਖ ਪਰੰਪਰਾ ਦੇ ਵਿੱਚ ਸਭ ਤੋਂ ਪਹਿਲੀ ਗੱਲ ਆਪਾਂ ਇਸ ਨੁਕਤੇ ਤੋਂ ਦੇਖਦੇ ਹਾਂ ਕਿ ਜਦੋਂ ਗੁਰੂ ਸਾਹਿਬ ਨੇ ਅਮਲ ਤੇ ਇਲਹਾਮ ਨੂੰ ਜੋੜਿਆ, ਉਹਦਾ ਇੱਕ ਇਤਿਹਾਸਕ ਵਹਿਣ ਦਿੱਤਾ ਹੈ, ਕੇਵਲ ਉੱਚਾ ਖਿਆਲ ਨਹੀਂ ਦਿੱਤਾ। ਹਿੰਦੁਸਤਾਨ ਵਿੱਚ ਉੱਚੇ ਖਿਆਲ ਦੀਆਂ ਪਰੰਪਰਾਵਾਂ ਹਨ, ਬਹੁਤ ਸਾਰੇ ਉੱਚੇ ਖਿਆਲ ਦੇਣ ਵਾਲਿਆਂ ਦੇ ਖਿਆਲ ਇਤਿਹਾਸਕ ਵਹਿਣ ਨਹੀਂ ਪੈਦਾ ਕਰ ਸਕੇ। ਈਵਨ ਕਿ ਗੁਰਬਾਣੀ ਵਿੱਚ ਜਿਹੜੀਆਂ ਉੱਚੀਆਂ ਪਰੰਪਰਾਵਾਂ ਨੂੰ, ਉੱਚੇ ਖਿਆਲਾਂ ਨੂੰ ਸਥਾਨ ਮਿਲਿਆ, ਉੱਥੇ ਵੀ ਇਤਿਹਾਸ ਦਾ ਵਹਿਣ ਨਹੀਂ ਪੈਦਾ ਹੋ ਸਕਿਆ। ਤੇ ਗੁਰੂ ਨੇ ਉਸ ਉੱਚੇ ਖਿਆਲ ਨੂੰ ਅਮਲ ਨਾਲ ਇਸ ਤਰ੍ਹਾਂ ਜੋੜਿਆ ਕਿ ਅੱਜ ਤੱਕ ਲਗਾਤਾਰ ਗੁਰਬਾਣੀ ਇਤਿਹਾਸ ਵਿੱਚ ਪ੍ਰਗਟ ਹੁੰਦੀ ਹੈ। ਤੇ ਸਾਡੀ ਪਰੰਪਰਾ ਦੀ ਕੰਟੀਨਿਊਟੀ ਕਹਿ ਰਹੀ ਹੈ, ਆਪਣੇ ਪਰੰਪਰਾ ਦਾ ਆਰਕੀਟੈਕਟ ਜਿਹੜਾ ਉਹ ਕੀ ਹੈ ਕਿ ਅਕਾਲ ਪੁਰਖ ਤੋਂ ਅੱਜ ਦੇ ਹੁਣ ਦੇ ਇਸ ਛਿਣ ਤੱਕ ਦੀ ਜਿਹੜੀ ਲਗਾਤਾਰਤਾ ਆ, ਉਹ ਕਿਸੇ ਇੱਕ ਵਜੂਦ ਵਿੱਚ ਪੈਦਾ ਹੋ ਜਾਂਦੀ ਹੈ, ਕਿਸੇ ਇੱਕ ਵਿਅਕਤੀ ਵਿੱਚ, ਕਿਸੇ ਇੱਕ ਸਰੀਰ ਦੇ ਵਿੱਚ ਉਹ ਪੈਦਾ ਹੋ ਜਾਂਦੀ। ਇਹ ਸਾਡੀ ਪਰੰਪਰਾ ਹੈ। ਤੇ ਉਸ ਸਰੀਰ ਦਾ ਫਿਰ ਜਿਹੜੀ ਚੀਜ਼ਾਂ ਨਾਲ ਟਕਰਾਓ ਹੁੰਦਾ ਹੈ, ਉੱਥੇ ਫਿਰ ਸ਼ਹਾਦਤ ਦੀ ਗਵਾਹੀ, ਅੱਜ ਤੱਕ ਸ਼ਹਾਦਤਾਂ ਦਾ ਸਿਲਸਿਲਾ ਚੱਲ ਰਿਹਾ, ਇਹ ਉਹਦੀ ਕੰਟੀਨਿਊਟੀ ਹੈ। ਜੇ ਇਹਨੂੰ ਹੋਰ ਸੌਖੇ ਤਰੀਕੇ ਨਾਲ ਸਮਝਣਾ ਹੋਵੇ ਕਿ ਜਿਵੇਂ ਮੁੱਖ ਰੂਪ ਵਿੱਚ ਇਹ ਸਾਹਮਣੇ ਬੋਰਡ ਦਾ ਇੱਕ ਸਟਰਕਚਰ ਹੈ, ਤੇ ਉਹਦੇ ਵਿੱਚ ਮੁੱਖ ਚੀਜ਼ ਹੈ, ਇੱਕ ਸੂਤਰ ਹੈ ਪਰੰਪਰਾ ਦੇ ਉੱਤੇ ਸੰਵਾਦ ਕਰਨਾ, ਪਰੰਪਰਾ ਇੱਕ ਸੰਵਾਦ, ਤੇ ਅਗਲੀ ਉਹਦੀ ਤਫਸੀਲ ਹੈ। ਇਸੇ ਤਰ੍ਹਾਂ ਹੀ ਇਹ ਸਟਰਕਚਰ ਸਾਡੀ ਪਰੰਪਰਾ ਵਿੱਚ ਪਿਆ ਹੋਇਆ ਹੈ। ਏਕ ਓਂਕਾਰ ਦੀ ਤਫਸੀਲ ਹੈ ਸਾਰਾ ਕੁਛ, ਜਿਹਦੇ ਵਿੱਚ ਸੋਸ਼ਲ ਕੰਸਟਰਕਸ਼ਨ ਵੀ ਆਉਂਦੀ ਹੈ, ਜਿਹਦੇ ਵਿੱਚ ਇੰਟਲੈਕਚੁਅਲ ਇੰਸਟੀਟਿਊਸ਼ਨਸ ਦੀ ਕੰਸਟਰਕਸ਼ਨ ਵੀ ਆਉਂਦੀ ਹੈ, ਉਹਦੇ ਵਿੱਚ ਫਲਸਫਾ ਵੀ ਆਉਂਦਾ ਹੈ, ਉਹ 'ਚ ਕੀਰਤਨ ਪਰੰਪਰਾ ਵੀ ਆਉਂਦੀ ਹੈ। ਤੇ ਕਿਸੇ ਚੀਜ਼ ਦਾ ਕਿਸੇ ਦੂਸਰੀ ਚੀਜ਼ ਨਾਲ ਵਿਰੋਧ ਨਹੀਂ ਹੈ, ਡੁਐਲਿਟੀ ਕੋਈ ਨਹੀਂ ਹੈ, ਕਿਉਂਕਿ ਇੱਕ ਦਾ ਹੀ ਪਸਾਰ ਸਾਰਿਆਂ ਵਿੱਚ ਹੋ ਰਿਹਾ ਹੈ। ਜਿਹੜੀ ਮਾਡਰਨ ਐਜੂਕੇਸ਼ਨ ਹੈ, ਇਹਦੇ ਵਿੱਚ ਇਹ ਜ਼ਰੂਰੀ ਚੀਜ਼ ਹੈ ਕਿ ਇਹ ਡੁਐਲਿਟੀ ਵਿੱਚ ਪਾਉਂਦੀ ਹੈ। ਦੋ ਚੀਜ਼ਾਂ ਦਾ ਵਿਰੋਧ ਖੜਾ ਕਰਕੇ ਬੰਦੇ ਨੂੰ ਸਮਝਾਇਆ ਜਾਂਦਾ ਹੈ ਕਿ ਉਹ ਚੀਜ਼ ਇਹਦੇ ਉਲਟ ਹੈ। ਇਹ ਚੀਜ਼ ਅੱਜ ਤੋਂ ਕੁਝ ਸਮਾਂ ਪਹਿਲਾਂ ਸਾਡੀਆਂ ਇਹਨਾਂ ਸੰਸਥਾਵਾਂ ਨੂੰ ਬਣਾਉਣ ਵਾਲੇ ਵਿਦਵਾਨਾਂ ਦੇ ਵਿੱਚ ਕਿਤੇ ਨਾ ਕਿਤੇ ਅੰਸ਼ ਮਾਤਰ ਆ ਗਈ ਸੀ, ਜਿਨ੍ਹਾਂ ਨੇ ਕਿਹਾ ਕਿ ਕੁਝ ਪਰੰਪਰਾਵਾਂ ਨੂੰ ਰੱਦ ਕੀਤਾ ਜਾਵੇ, ਕੁਝ ਚੀਜ਼ਾਂ ਨੂੰ ਅਪਣਾ ਲਿਆ ਜਾਵੇ, ਕੁਝ ਚੀਜ਼ਾਂ ਛੱਡ ਲਈਆਂ ਜਾਣ। ਉੱਥੋਂ ਫਿਰ ਸਾਡੀਆਂ ਜਿਹੜੀਆਂ ਰਾਜਨੀਤਿਕ ਸੰਸਥਾਵਾਂ ਮਾਡਰਨ ਤਰੀਕੇ ਦੀਆਂ ਪੈਦਾ ਹੋਈਆਂ, ਐਜੂਕੇਸ਼ਨ ਸੰਸਥਾਵਾਂ ਮਾਡਰਨ ਤਰੀਕੇ ਦੀਆਂ ਪੈਦਾ ਹੋਈਆਂ, ਉਸ ਚੀਜ਼ ਨੂੰ ਦੁਬਾਰਾ ਵਿਚਾਰਿਆ ਜਾ ਰਿਹਾ ਹੈ ਵੱਖ-ਵੱਖ ਹਲਕਿਆਂ ਵੱਲੋਂ। ਸਾਨੂੰ ਇਹ ਵਿਚਾਰਨ ਦੀ ਲੋੜ ਹੈ। ਦੂਸਰਾ ਹੈ ਪਰੰਪਰਾ ਦੇ ਟੁੱਟਣ ਦਾ ਕਾਰਨ, ਉਹ ਹੈ ਜੋ ਗੁਰੂ ਨੇ ਕੀਤਾ ਉਹ ਗੁਰੂ ਹੀ ਕਰ ਸਕਦਾ ਹੈ ਜਾਂ ਗੁਰੂ ਰੂਪ ਹੋ ਕੇ ਕੀਤਾ ਜਾ ਸਕਦਾ ਹੈ। ਗੁਰੂ ਨੇ ਬਹੁਤ ਸਾਰੀਆਂ ਪੁਰਾਣੀਆਂ ਐਸੀਆਂ ਪਰੰਪਰਾਵਾਂ ਨੂੰ ਰੱਦ ਕੀਤਾ, ਕੁਝ ਪ੍ਰਥਾਵਾਂ ਨੂੰ ਰੱਦ ਕੀਤਾ, ਕੁਝ ਐਸੇ ਖਿਆਲਾਤ ਜਿਹੜੇ ਇਨਸਾਨੀ ਹੋਂਦ ਦੇ ਵਿਸ਼ਵ ਮਨੁੱਖ ਬਣਨ ਵਿੱਚ ਰੁਕਾਵਟ ਸਨ, ਉਹਨਾਂ ਨੂੰ ਤੋੜਿਆ ਵੀ, ਰੱਦ ਵੀ ਕੀਤਾ। ਪਰ ਇਹ ਗੁਰੂ ਕਰ ਸਕਦਾ ਹੈ। ਪਰੰਪਰਾ ਟੁੱਟਦੀ ਹੈ, ਗੁਰੂ ਤੋੜ ਸਕਦਾ ਹੈ। ਗੁਰੂ ਭੰਨਣ ਘੜਨ ਸਮਰੱਥ ਹੈ, ਔਰ ਉਹਨੇ ਸਤੀ ਦੀ ਪ੍ਰਥਾ ਨੂੰ ਬੰਦ ਕੀਤਾ। ਨਿੱਕੇ ਨਿੱਕੇ ਜਿਹੇ ਐਗਜ਼ਾਮਪਲ ਦਿੱਤੀ ਜਾ ਸਕਦੀਆਂ, ਘੁੰਡ ਕੱਢਣ ਦੀ ਪ੍ਰਥਾ ਸੀਗੀਆਂ, ਪਰੰਪਰਾਵਾਂ ਸੀਗੀਆਂ, ਦੁਨੀਆ ਹਿੱਲ ਗਈ। ਜਾਤ ਨੂੰ ਖਤਮ ਕੀਤਾ, ਜਦੋਂ ਬਰਾਬਰ ਤੇ ਬਿਠਾ ਦਿੱਤਾ। ਬਹੁਤ ਸਾਰੀਆਂ ਚੀਜ਼ਾਂ ਗੁਰੂ ਕਰ ਸਕਦਾ ਹੈ, ਗੁਰੂ ਨੇ ਤੋੜੀਆਂ। ਟੁੱਟਦੀ ਵੀ ਹੈ ਪਰੰਪਰਾ, ਪਰ ਉਸ ਜਗ੍ਹਾ ਤੇ ਜਾ ਕੇ ਟੁੱਟਦੀ ਹੈ ਜਿੱਥੇ ਰੀਅਲਾਈਜੇਸ਼ਨ ਹੋ ਜਾਂਦੀ ਹੈ, ਪ੍ਰਤੀਤੀ ਸੱਤਿਆ ਜਾਗ ਪੈਂਦੀ ਹੈ, ਬੰਦਾ ਚਾਨਣ ਰੂਪ ਹੋ ਜਾਂਦਾ ਹੈ। ਫਿਰ ਉੱਥੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਕਾਲਖ ਰੂਪ ਹੁੰਦੀਆਂ ਖਤਮ ਹੋ ਜਾਂਦੀਆਂ, ਉੱਥੇ ਜਾ ਕੇ ਟੁੱਟ ਸਕਦੀਆਂ ਹੈ। ਪ੍ਰਕਾਸ਼ ਦੇ ਨਾਲ ਹਨੇਰਾ ਖਤਮ ਹੁੰਦਾ, ਹੋ ਜਾਂਦਾ, ਤੇ ਪਰੰਪਰਾ ਟੁੱਟ ਜਾਵੇ ਕੋਈ ਗੱਲ ਨਹੀਂ। ਜੇ ਐਕਡੈਮਿਕਸ ਇਹਨੂੰ ਸੋਸ਼ਲ ਕੰਸਟਰਕਸ਼ਨ ਕਹਿੰਦੀ ਹੈ, ਜੇ ਕਨਵੈਨਸ਼ਨਲ ਲਾਜ਼ ਕਹਿੰਦੀ ਹੈ, ਤਾਂ ਫਿਰ ਜਦੋਂ ਉਹਨਾਂ ਸੋਸ਼ਲ ਲਾਜ਼ ਤੋਂ ਅਗਲੀ ਚੀਜ਼ ਕੋਈ ਦੇਣ ਵਾਲੀ ਹਸਤੀ ਪੈਦਾ ਹੋ ਜਾਂਦੀ ਹੈ, ਕੋਈ ਸ਼ਬਦ ਐਸਾ ਪੈਦਾ ਹੋ ਜਾਂਦਾ ਹੈ ਜਿਹੜਾ ਉਹਨਾਂ ਪੁਰਾਣੇ ਖਿਆਲਾਂ ਤੋਂ ਉਤਲਾ ਸੰਸਾਰ, ਅਗਲਾ ਸੰਸਾਰ ਦੇ ਸਕਦਾ ਹੈ, ਮਨੁੱਖ ਦੇ ਲਈ ਤਰੱਕੀ ਦੇ, ਮਨੁੱਖ ਦੇ ਲਈ ਉਚਾਈ ਦੇ ਅਗਲੇ ਮੰਡਲ ਦੇ ਸਕਦਾ ਆ, ਤਾਂ ਫਿਰ ਪੁਰਾਣੀਆਂ ਪਰੰਪਰਾਵਾਂ ਖਤਮ ਹੋ ਜਾਂਦੀਆਂ ਤੇ ਉਹਦੇ 'ਚ ਕੋਈ ਹਰਜ ਨਹੀਂ ਹੁੰਦਾ। ਤਾਂ ਇਹ ਗੁਰੂ ਘਰ ਵਿੱਚ ਹੋਇਆ ਹੈ।
ਦਲਿਤਾਂ ਨੂੰ ਬਰਾਬਰ ਤੇ ਬਹਿਣ ਦਾ ਅਧਿਕਾਰ ਨਹੀਂ ਸੀ, ਇਹ ਪਰੰਪਰਾ ਸੀ, ਤੇ ਇਹਦੇ ਟੁੱਟ ਜਾਣ ਨਾਲ ਧਰਤੀ ਹਿੱਲ ਜਾਂਦੀ ਸੀ, ਤੇ ਗੁਰੂ ਨੇ ਕਰਕੇ ਵਿਖਾਤਾ। ਟੁੱਟਦੀਆਂ ਨੇ ਪਰੰਪਰਾਵਾਂ, ਪਰ ਇਹ ਗੁਰੂ ਕਰ ਸਕਦਾ ਹੈ। ਜੇ ਕੁਝ ਬੰਦੇ ਇਕੱਠੇ ਹੋ ਕੇ ਪੁਰਾਣੀਆਂ ਪਰੰਪਰਾਵਾਂ ਨੂੰ ਰੱਦ ਕਰਕੇ ਨਵੀਆਂ ਸਿਰਜਣ ਦੀ ਕੋਸ਼ਿਸ਼ ਕਰਨਗੇ ਤਾਂ ਉਹ ਤਕਲੀਫ ਪੈਦਾ ਕਰਨਗੇ। ਉਸ ਦਰਜੇ ਤੇ ਜਾਣਾ ਪਏਗਾ ਜਿੱਥੇ ਗੁਰੂ ਹੈ। ਗੁਰੂ ਨੇ ਸਿੱਖਾਂ ਨੂੰ ਇਹ ਤਾਕਤ ਦਿੱਤੀ ਹੈ, ਗੁਰਿਆਈ ਦਿੱਤੀ ਹੈ ਪੰਥ ਨੂੰ, ਵਡਿਆਈ ਦਿੱਤੀ ਹੈ ਪੰਥ ਨੂੰ। ਮੇਰਾ ਰੂਪ ਕਰਕੇ ਜਾਣਨ, ਗੁਰੂ ਨੇ ਕਿਹਾ ਮੇਰਾ ਰੂਪ ਇਹ ਪੰਜ, ਮੈਂ ਇਹਨਾਂ ਪੰਜਾਂ ਦੇ ਵਿੱਚ ਵਸਦਾ। ਇਹਨਾਂ ਨੂੰ ਦਿੱਤੇ ਹੋਏ ਦਾਨ ਭਲੇ ਨੇ, ਉੱਥੇ ਜਾ ਕੇ ਹੋ ਸਕਦਾ ਹੈ, ਪਰ ਉਦੋਂ ਥੱਲੇ ਨਹੀਂ ਹੋ ਸਕਦਾ। ਜਿੱਥੇ ਜਾ ਕੇ ਹੋਣਾ ਚਾਹੀਦਾ ਉੱਥੇ ਜਾ ਕੇ ਹੋਵੇ ਤਾਂ ਫੱਬਦਾ, ਥੱਲੇ ਹੋਵੇ ਤਾਂ ਮੁਸ਼ਕਲ ਖੜੀ ਕਰਦਾ। ਤੋ ਹੋਰ ਮੈਂ ਮੁਖਤਸਰ 2-4 ਗੱਲਾਂ ਤੁਹਾਡੇ ਨਾਲ ਕਰਦਾ ਕਿ ਪਰੰਪਰਾ ਤੋਂ ਟੁੱਟ ਜਾਣ ਨਾਲ ਹੁੰਦਾ ਕੀ ਹੈ। ਕਿ ਪਰੰਪਰਾ ਤੋਂ ਟੁੱਟ ਜਾਣ ਦੇ ਨਾਲ ਜਿਹੜੀ ਸਾਡੀ ਪਰੰਪਰਾ ਹੈ ਉਹਦੀ ਥੋੜ੍ਹੀ ਜਿਹੀ ਹੋਰ ਤਫਸੀਲ ਦੇ ਦਈਏ, ਫਿਰ ਆਪਾਂ ਚੱਲਦੇ ਹਾਂ। ਕਿ ਪਰੰਪਰਾ, ਸਾਡੀ ਪਰੰਪਰਾ ਹੈ ਰੀਅਲਾਈਜੇਸ਼ਨ ਦੀ ਪਰੰਪਰਾ। ਪ੍ਰਤੀਤ ਕਰਾਉਣਾ ਆ ਕਿਸੇ ਨੂੰ, ਸਿਰਫ ਕਹਿਣਾ ਨਹੀਂ, ਖਿਆਲ ਦੇ ਰੂਪ 'ਚ ਨਹੀਂ ਦੇਣਾ, ਉਹਨੂੰ ਉਹਦੇ ਅਮਲ ਤੱਕ ਲੈ ਕੇ ਆਉਣਾ ਆ। ਉਹ ਮਹਿਸੂਸ ਕਰੇ, ਅਨੁਭਵ ਦਾ ਹਿੱਸਾ ਬਣੇ, ਉਹਦੇ ਲਹੂ ਦੇ ਵਿੱਚ ਸੰਚਾਰਿਤ ਹੋਣ ਉਹ ਗੱਲਾਂ। ਗੁਰੂ ਨੇ ਜੋ ਕਿਹਾ ਆ ਉਹ ਸਾਡੇ ਖੂਨ ਵਿੱਚ ਉਤਾਰ ਦਿੱਤਾ ਆ, ਉਹ ਸਾਡੇ ਜੈਨੇਟਿਕਲ ਸਟਰਕਚਰ ਦਾ ਹਿੱਸਾ ਬਣ ਗਿਆ। ਪਹਿਲੀ ਜੈਨੇਟਿਕ ਆਰਡਰ ਨੂੰ ਤੋੜ ਦਿੱਤਾ ਹੈ ਗੁਰੂ ਨੇ ਜਦੋਂ ਸੀਸ ਲਾ ਦਿੱਤਾ ਹੈ। ਉਹ ਇੱਕ ਸਿੰਬਲ ਹੈ, ਉਹ ਇੱਕ ਮੌਤ ਹੈ, ਇੱਕ ਡੈਥ ਦਾ ਸੰਸਾਰ ਹੈ। ਸੂਫੀਆਂ ਦੇ ਵਿੱਚ ਵੀ ਮੌਤ ਦੀ ਗੱਲ ਆਉਂਦੀ ਹੈ। ਫਰੀਦ ਸਾਹਿਬ ਮੌਤ ਦੀ ਗੱਲ ਕਰਦੇ ਨੇ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਮੌਤ ਤੋਂ ਅਗਲਾ ਘਰ ਵਸਾਉਣਾ ਪੈਂਦਾ ਹੈ। ਮਰ ਕੇ ਜੀਵੇ ਹੋਏ ਬੰਦੇ ਗੁਰਸਿੱਖ ਖਵਾਉਣ ਦੇ ਅਧਿਕਾਰੀ ਬਣਦੇ ਆ। ਉਸ ਮੌਤ ਤੋਂ ਲੰਘਣ ਤੋਂ ਬਾਅਦ ਜਿਹੜੀ ਰੂਹਾਨੀਅਤ ਪੈਦਾ ਹੁੰਦੀ ਹੈ, ਜਿਹੜੀ ਭਰਪੂਰਤਾ ਪੈਦਾ ਹੁੰਦੀ, ਜਿੱਥੇ ਕੁਦਰਤ ਦਾ ਅਸਲੀ ਜਲਵਾ ਪੈਦਾ ਹੁੰਦਾ, ਉਹ ਤੋਂ ਅਗਲੀ ਗੱਲ ਹੈ। ਤਾਂ ਪ੍ਰਤੀਤੀ ਸੱਤਾ ਹੈ, ਪ੍ਰਤੀਤ ਕੀਤਾ ਜਾਂਦਾ। ਇਹ ਨਹੀਂ ਕਿਸੇ ਨੂੰ ਕਿਸੇ ਅੰਬ ਦੀ ਐਗਜ਼ਾਮਪਲ ਦੇ ਕੇ ਜਾਂ ਅੰਬ ਮਿੱਠਾ ਹੁੰਦਾ ਹੈ। ਉਹ ਅੰਬ ਉਹਨੂੰ ਛਕਾਓਗੇ, ਉਹ ਆਨੰਦ ਉਹਦੇ ਅੰਦਰ ਸੰਚਾਰਿਤ ਹੋਏਗਾ, ਉਹਦੇ ਲਹੂ ਦਾ ਹਿੱਸਾ ਬਣੇਗਾ, ਉਹਦੀ ਨੌਲੇਜ ਬਣੇਗਾ। ਨਹੀਂ ਤਾਂ ਉਹ ਇਨਫੋਰਮੇਸ਼ਨ ਤੱਕ ਰਹਿ ਜਾਏਗਾ, ਉਹ ਸਿਰਫ ਸੂਚਨਾ ਹੈ ਉਹਦੇ ਲਈ, ਉਹਦੇ ਬਾਅਦ ਉਹ ਕੁਛ ਨਹੀਂ ਹੈ। ਜਦੋਂ ਉਹ ਉਹਦੇ ਅਨੁਭਵ ਦਾ ਹਿੱਸਾ ਬਣ ਗਿਆ, ਪ੍ਰਤੀਤੀ ਸੱਤਿਆ ਜਾਗ ਪਈ। ਫਿਰ ਉਹਦੇ ਨਾਲ ਕੁਦਰਤ ਦੇ ਨਾਲ ਭਰਪੂਰ ਰਿਸ਼ਤਾ, ਆਲੇ ਦੁਆਲੇ ਦੇ ਨਾਲ। ਕੁਦਰਤ ਦੀ ਐਕਸਪਲੋਇਟੇਸ਼ਨ ਨਹੀਂ ਹੈ ਜਿਹੜੀ ਮਾਡਰਨਿਟੀ ਵਿੱਚ ਪਈ ਹੋਈ ਹੈ। ਕੁਦਰਤ ਦੀ ਐਕਸਪਲੋਇਟੇਸ਼ਨ ਨਹੀਂ ਹੈ। ਕੁਦਰਤ ਦੇ ਵਿੱਚ ਪਏ ਹੋਏ ਕਾਦਰ ਦੇ ਜਲਵੇ ਨੂੰ ਮਹਿਸੂਸ ਕਰਨ ਦੀ ਸ਼ਕਤੀ ਪੈਦਾ ਹੋ ਜਾਂਦੀ ਹੈ, ਕਿਉਂਕਿ ਉਹ ਗਿਆਨ ਉਹਦੇ ਅੰਦਰ ਉਤਰ ਚੁੱਕਾ ਹੈ। ਉਹਦੇ ਚੋਂ ਫਿਰ ਉਹ ਮਨੁੱਖ ਜਿਹੜਾ ਵਿਸ਼ਵ ਮਨੁੱਖ ਬਣਦਾ ਹੈ। ਹੁਣ ਇਸ ਤਰ੍ਹਾਂ ਦੇ ਵਿਅਕਤੀ ਨੂੰ ਕਿਸੇ ਫੈਸ਼ਨ ਪ੍ਰਸਤੀ ਜਾਂ ਕਿਸੇ ਭੋਗਵਾਦ ਵਿੱਚ ਉਲਝਾਉਣਾ ਬੜਾ ਔਖਾ ਹੈ। ਉਹਨੂੰ ਇੱਕ ਗੁੱਡ ਕਸਟਮਰ ਵਿੱਚ ਢਾਲਣਾ ਬੜਾ ਔਖਾ ਹੈ। ਉਹ ਕਸਟਮਰ ਨਹੀਂ ਬਣਦਾ ਕਿਉਂਕਿ ਉਹ ਕੰਜ਼ਿਊਮਰ ਨਹੀਂ ਹੈ, ਉਹ ਭੋਗਵਾਦੀ ਨਹੀਂ ਹੈ, ਉਹ ਸੰਜਮੀ ਹੈ, ਉਹ ਸੰਤੋਖੀ ਹੈ। ਤੇ ਇਹ ਕੋਈ ਬਹੁਤ ਵੱਡੀ ਖੇਡ ਨਹੀਂ ਹੈ ਜਿਹੜੀ ਕਾਰਪੋਰੇਟ ਵਰਲਡ ਸਾਡੇ ਨਾਲ ਕਰ ਰਿਹਾ। ਕੋਈ ਐਡਾ ਵੱਡਾ ਕੰਮ ਨਹੀਂ ਉਹ ਕਰ ਰਹੇ ਕਿ ਜਿਹਦੇ ਨਾਲ ਕੋਈ ਨਵੀਂ ਦੁਨੀਆ ਸਿਰਜੀ ਜਾਣੀ ਹੈ। ਉਹ ਸਿਰਫ ਇੱਕ ਚਲਾਕੀ ਕਰ ਰਿਹਾ ਕਿ ਬੰਦੇ ਨੂੰ ਸੁੰਗੜਾ ਕੇ ਉਹਦੇ ਵਿਸ਼ਵ ਮਨੁੱਖ ਵਾਲਾ ਵੱਡਾ ਆਪਾ ਖਤਮ ਕਰਕੇ ਉਹਨੂੰ ਇੱਕ ਚੰਗਾ ਗਾਹਕ ਬਣਾ ਲਿਆ ਜਾਵੇ। ਤੇ ਜਿਹੜੀਆਂ ਚੀਜ਼ਾਂ ਉਹਦੇ ਚੰਗਾ ਗਾਹਕ ਬਣਨ ਵਿੱਚ ਰੁਕਾਵਟ ਨੇ, ਉਹਨਾਂ ਤੋਂ ਉਹਨਾਂ ਨੂੰ ਤੋੜਤਾ ਜਾਂ ਵੱਖ ਕਰਤਾ ਜਾਵੇ। ਸਾਡੀ ਪਰੰਪਰਾ ਕਹਿੰਦੀ ਹੈ ਕਿ ਸੰਤੋਖ ਤੋਂ ਬਿਨਾਂ ਭੁੱਖ ਨਹੀਂ ਮਿਟਦੀ। ਤੇ ਉਹਨਾਂ ਨੇ ਕਹਿਣਾ ਆ ਕਿ ਤੁਸੀਂ ਆਹ ਖਾਓ, ਆਹ ਖਾਓ, ਆਹ ਚੀਜ਼ਾਂ ਸਾਡੇ ਕੋਲ ਖਰੀਦੋ। ਹਰ ਤਰ੍ਹਾਂ ਦੀ ਭੁੱਖ ਨੂੰ ਵਧਾਉਣਾ, ਸਰੀਰ ਦੀ ਭੁੱਖ ਤੇ ਮਾਨਸਿਕ ਭੁੱਖ। ਉਹਦੇ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੀਆਂ ਪਰੰਪਰਾਵਾਂ ਨੂੰ ਰੱਦ ਕਰੋ। ਤੇ ਸਾਡੇ ਬੰਦਿਆਂ ਨੇ ਸਿਰਫ ਇਸੇ ਚਾਅ ਵਿੱਚ ਵੀ ਆਹ ਨਵੀਂ ਚੀਜ਼ ਆ ਗਈ ਹੈ ਤੇ ਪੁਰਾਣੀ ਰੱਦ ਕਰ ਦਿੱਤੀ। ਇਹ ਇੱਕ ਜਿਹੜਾ ਸਾਡੇ ਕਰੈਕਟਰ ਦੇ ਵਿੱਚ ਇੱਕ ਚੀਜ਼ ਹੈਗੀ ਹੈ। ਦੋ ਤਰ੍ਹਾਂ ਦੇ ਵਿਅਕਤੀ ਨੇ, ਇੱਕ ਮਨਮੁਖ ਨੇ, ਇੱਕ ਗੁਰਮੁਖ ਨੇ। ਦੋ ਹੀ ਤਰ੍ਹਾਂ ਨੇ, ਜਿਵੇਂ ਬਾਬਰ ਕੇ ਤੇ ਬਾਬੇ ਕੇ, ਉਵੇਂ ਹਰ ਸੰਸਾਰ ਦੇ ਵਿੱਚ ਸਮਾਜ ਦੇ ਦੋ ਤਰ੍ਹਾਂ ਦੇ ਵਿਅਕਤੀ ਤੇ ਰਹਿਣੇ ਹੀ ਹੈ। ਕੁਛ ਬੰਦੇ ਜਿਹੜੇ ਗੁਰੂ ਦੀ ਸਿੱਖਿਆ ਵਿੱਚ ਢਲ ਕੇ ਗੁਰਮੁਖ ਹੋ ਗਏ, ਕੁਛ ਉਹਨੇ ਜਿਹੜੇ ਮਨ ਦੇ ਪਿੱਛੇ ਲੱਗਦੇ ਨੇ, ਜਿਹੜੇ ਰੀਅਲਾਈਜ਼ਡ ਨਹੀਂ, ਜਿਹੜੇ ਆਮ ਸਧਾਰਨ ਗੱਲਬਾਤ ਰਾਹੀਂ, ਆਮ ਸਧਾਰਨ ਇਨਫੋਰਮੇਸ਼ਨ ਦੇ ਸਿਰ ਤੇ ਜ਼ਿੰਦਗੀ ਕੱਟ ਜਾਂਦੇ ਨੇ, ਆਪਣੇ ਮਨ ਦੇ ਪਿੱਛੇ ਲੱਗ ਕੇ ਜ਼ਿੰਦਗੀ ਕੱਟ ਜਾਂਦੇ ਨੇ। ਤਾਂ ਉਹਨਾਂ ਦੇ ਲਈ ਉਸ ਵੱਡੇ ਸਟਰਕਚਰ ਦੇ ਨਾਲ ਮੱਥਾ ਲਾਉਣਾ ਔਖਾ ਹੈ। ਤੇ ਗੁਰਮੁਖਾਂ ਨੂੰ ਇਹ ਕੰਮ ਕਰਨਾ ਪੈਣਾ। ਤਾਂ ਜਿਹੜੇ ਇਹ ਦੋ ਤਰ੍ਹਾਂ ਦੇ ਵਿਅਕਤੀ ਨੇ, ਇਹਨਾਂ ਚੋਂ ਜਿਹੜੇ ਆਮ ਭਲੇ ਬੰਦੇ ਨੇ ਉਹ ਛੇਤੀ ਕਾਬੂ ਆ ਜਾਂਦੇ ਆ। ਤੇ ਜਿਨ੍ਹਾਂ ਦੇ ਕੋਲ ਕੋਈ ਰੀਅਲਾਈਜੇਸ਼ਨ ਦਾ ਪ੍ਰੋਸੈਸ ਹੁੰਦਾ ਹੈ, ਜਿਹੜੇ ਸਮਝਦੇ ਆ ਕਿ ਸਾਡੀਆਂ ਪਰੰਪਰਾਵਾਂ ਕੀ ਨੇ, ਉਹ ਚੰਗੇ ਗਾਹਕ ਨਹੀਂ ਬਣਦੇ। ਤੇ ਫਿਰ ਜਿਹੜੇ ਲੋਕ ਸ਼ੋਈ ਨੇ, ਜਿਹੜੇ ਲੋਕ ਦਿਖਾਵੇ ਦੇ ਤੌਰ 'ਤੇ, ਜਾਂ ਫੁਕਰਾ ਲਫ਼ਜ਼ ਵੀ ਬਣਿਆ ਹੋਇਆ, ਉਹਦੇ ਤੌਰ 'ਤੇ ਥੋੜ੍ਹਾ ਬਹੁਤਾ ਝਗੜਾ ਕਰਕੇ, ਥੋੜ੍ਹੀ ਬਹੁਤੀ ਨਵੀਆਂ ਚੀਜ਼ਾਂ ਨੂੰ ਵਰਤ ਕੇ, ਬਹੁਤੇ ਬੰਦਿਆਂ ਨੂੰ ਆਪਣੇ ਨਾਲ ਜੋੜ ਕੇ, ਰਾਜਨੀਤਿਕ ਢਾਂਚੇ ਬਦਲ ਕੇ ਉਹ ਪਾਵਰ 'ਚ ਆਏ। ਅਤੇ ਉਹਨਾਂ ਨੇ ਸਾਡੇ ਸਾਰੀਆਂ ਚੀਜ਼ਾਂ ਨੂੰ ਹੌਲੀ ਹੌਲੀ
ਰੱਦ ਕਰਾ ਦਿੱਤਾ ਇਸੇ ਚਾਅ ਦੇ ਵਿੱਚ ਵੀ ਆਹ ਦੇਖੋ ਨਵੀਆਂ ਚੀਜ਼ਾਂ ਆ ਗਈਆਂ, ਨਵੀਂ ਰੋਸ਼ਨੀ ਆ ਗਈ, ਪੁਰਾਣੀ ਨੂੰ ਰੱਦ ਕਰ ਦਿਓ। ਕੇਵਲ ਨਵੀਂ ਰੋਸ਼ਨੀ ਦੇ ਚਾਅ ਵਿੱਚ ਪੁਰਾਣਿਆਂ ਨੂੰ ਰੱਦ ਕਰ ਦੇਣਾ, ਇਹ ਜਾਣੇ ਬਿਨਾਂ ਵੀ ਗੁਰੂ ਕਿਵੇਂ ਰੱਦ ਕਰਦਾ ਹੈ। ਗੁਰੂ ਵੇਖਦਾ ਕਿ ਕਿਹੜੀ ਚੀਜ਼ ਮਨੁੱਖ ਦੇ ਵਿਸ਼ਵ ਮਨੁੱਖ ਬਣਨ ਵਿੱਚ ਰੁਕਾਵਟ ਹੈ, ਉਹਨੂੰ ਰੱਦ ਕਰਦਾ ਹੈ। ਅਸੀਂ ਹਰ ਇੱਕ ਚੀਜ਼ ਨੂੰ ਰੱਦ ਕਰ ਦਿੱਤਾ, ਆਪਣੀ ਹਰ ਉੱਚੀ ਔਰ ਸੁੱਚੀ ਚੀਜ਼ ਨੂੰ ਵਿਲੁੰਦਰ ਕੇ ਰੱਖ ਦਿੱਤਾ, ਲਹੂ ਲੁਹਾਨ ਕਰ ਦਿੱਤਾ ਪੁਰਾਣੀਆਂ ਚੀਜ਼ਾਂ ਨੂੰ। ਤੋ ਜਿਹੜੀ ਇੱਕ ਕੁਦਰਤ ਦੀ ਭਰਪੂਰਤਾ ਸੀ, ਕੁਦਰਤ ਨਾਲ ਰਿਸ਼ਤਾ ਸੀ, ਉਹ ਪ੍ਰਤੀਤੀ ਸੱਤਿਆ ਸੀ, ਉਹ ਬੰਦਿਆਂ ਦੀ ਗਿਣਤੀ ਘਟਣੀ ਸ਼ੁਰੂ ਹੋ ਗਈ। ਉਹ ਬੰਦਿਆਂ ਨੇ ਆਪਣੀ ਪੱਗ ਬਚਾਉਣ ਲਈ ਪਿੱਛੇ ਪੈਰ ਖਿੱਚ ਲਿਆ ਤੇ ਅੱਗੇ ਫਿਰ ਦੂਸਰੀ ਤਰ੍ਹਾਂ ਦੇ ਲੋਕ ਆ ਗਏ ਜਿਹੜੇ ਮਨਮੁਖ ਕਿਸਮ ਦੇ ਸੀ। ਉਹਨਾਂ ਦੇ ਵਿੱਚੋਂ ਫਿਰ ਕੰਸਟਰਕਸ਼ਨ ਹੋਈ ਸਾਡੀ ਸੁਸਾਇਟੀ ਦੀ, ਉਹਦੇ ਵਿੱਚੋਂ ਦੀ ਹੁਣ ਸਾਰੇ ਸਿੱਖਾਂ ਨੂੰ ਦੇਖਿਆ ਜਾ ਰਿਹਾ ਸਿੱਖ ਇਵੇਂ ਦੇ ਹੁੰਦੇ ਹਨ। ਗੁਰੂ ਦੀ ਨਜ਼ਰ ਸਿੱਖ ਕਿਵੇਂ ਹੈ, ਗੁਰੂ ਕੀ ਕਹਿ ਰਿਹਾ ਸਿੱਖ ਬਾਰੇ, ਗੁਰੂ ਤੇ ਲਿਖ ਕੇ ਦੇ ਰਿਹਾ ਕਿ ਸਿੱਖ ਇਹੋ ਜਿਹਾ ਹੁੰਦਾ। ਸੋ ਉਹਦੇ ਵਿੱਚੋਂ ਹੁਣ ਪਰੰਪਰਾਵਾਂ, ਨਵੀਆਂ ਪਰੰਪਰਾਵਾਂ ਸਥਾਪਿਤ ਕਰਨ ਦੀ ਵੀ ਕੋਸ਼ਿਸ਼ ਹੋ ਰਹੀ ਹੈ। ਪੁਰਾਣੀਆਂ ਪਰੰਪਰਾਵਾਂ ਵਰਗੀਆਂ ਨਵੀਆਂ ਪਰੰਪਰਾਵਾਂ ਬਣਾਈਆਂ ਜਾਂਦੀਆਂ ਨੇ, ਸਰਕਾਰੀ ਪੱਧਰ 'ਤੇ ਵੀ ਹੁੰਦਾ ਹੈ। ਪੰਥ 'ਚੋਂ ਭੋਲੇਪਨ ਵਿੱਚ ਕੁਝ ਲੋਕਾਂ ਵੱਲੋਂ ਮੂਰਖਤਾ ਵਸ ਕਈ ਤਰ੍ਹਾਂ ਨਾਲ ਇਸ ਤਰ੍ਹਾਂ ਹੁੰਦਾ ਹੈ। ਹੁਣ ਇਹ ਸਾਰਾ ਕੁਝ ਜਿਹੜਾ ਆ, ਜਦੋਂ ਆਪਾਂ ਦੂਸਰੀ ਪਾਸਿਓਂ ਦੇਖਦੇ ਹਾਂ, ਦੋਵੇਂ ਤਰ੍ਹਾਂ ਦੇ ਆਪਾਂ ਰਸਤੇ ਦੇਖ ਲਏ ਪਰੰਪਰਾਵਾਂ ਟੁੱਟਣ ਦੇ। ਮੈਂ ਸਿਰਫ ਟੁੱਟਣ ਬਾਰੇ ਗੱਲ ਕਰ ਰਿਹਾ ਕਿ ਜਦੋਂ ਗੁਰੂ ਤੋੜਦਾ ਆ, ਉਹ ਹੋਰ ਤਰ੍ਹਾਂ ਟੁੱਟਦੀ ਹੈ ਪਰੰਪਰਾ। ਅਤੇ ਜਦੋਂ ਕਾਰਪੋਰੇਟ ਵਰਲਡ ਜਾਂ ਇਹ ਜਿਹੜਾ ਨਵਾਂ ਸੰਸਾਰ ਹੈ ਜਿਹਦੇ ਅਸੀਂ ਜੀ ਰਹੇ ਹਾਂ, ਕਿਉਂਕਿ ਹੁਣ ਉਹਦੇ ਲਈ ਕਾਰਪੋਰੇਟ ਵਰਲਡ ਪ੍ਰਚਲਿਤ ਹੋ ਗਿਆ, ਇਸ ਕਰਕੇ ਇਹਦੇ 'ਚ ਸਾਰਾ ਕੁਝ, ਪਰ ਇਹ ਸਾਰਾ ਕੁਝ ਅਧੀਨ ਨਹੀਂ ਆਉਂਦਾ, ਹੋਰ ਕਈ ਸ਼ਕਤੀਆਂ ਵੀ ਨੇ ਜਿਨ੍ਹਾਂ ਨੂੰ ਆਪਾਂ ਵਿਚਾਰ ਸਕਦੇ ਹਾਂ। ਬਹੁਤ ਕੁਛ ਇਹਦੇ ਅੰਦਰ, ਉਹ ਵੀ ਇਹਨੂੰ ਤੋੜਦੇ ਨੇ। ਦੋਵਾਂ ਦੇ ਵਿੱਚ ਫਰਕ ਹੈ, ਇੱਕ ਦਾ ਟੁੱਟਣਾ ਮੁਬਾਰਕ ਹੈ, ਇੱਕ ਦਾ ਤੋੜਨਾ ਸਾਜ਼ਿਸ਼ ਹੈ, ਅਤੇ ਉਹਦਾ ਸਾਨੂੰ ਜਵਾਬ ਦੇਣਾ ਪੈਣਾ ਹੈ। ਪਿਛਲੇ ਬੰਦਿਆਂ ਨੇ ਬਹੁਤ ਮਿਹਨਤ ਕੀਤੀ, ਅਗਲੇ ਬੰਦਿਆਂ ਨੂੰ ਉਦੋਂ ਵੱਧ ਮਿਹਨਤ ਕਰਨੀ ਪਏਗੀ, ਕਿਉਂਕਿ ਹੁਣ ਜਿਨ੍ਹਾਂ ਨਾਲ ਤੁਹਾਡਾ ਵਾਹ ਆ ਉਹ ਪਹਿਲਾਂ ਨਾਲੋਂ ਤਕੜੇ ਹੋ ਕੇ ਆਏ ਨੇ। ਅਸੀਂ ਇੱਕ ਹਥਿਆਰਬੰਦ ਲੜਾਈ ਲੜ ਚੁੱਕੇ ਹਾਂ, ਉਹਦੇ 'ਚੋਂ ਅਗਲੇ ਵੀ ਤਕੜੇ ਹੋ ਗਏ ਆ, ਆਪਾਂ ਵੀ ਕੁਛ ਕਮਜ਼ੋਰ ਹੋ ਗਏ ਆ। ਦੋਵੇਂ ਗੱਲਾਂ ਹੋਈਆਂ ਨੇ। ਹੁਣ ਦੁਬਾਰਾ ਤੋਂ ਜੇ ਆਪਾਂ ਕਿਸੇ ਗੱਲ ਦੇ ਵਿੱਚ ਇੰਟਲੈਕਚੁਅਲ ਡਾਇਲਾਗ ਵਿੱਚ ਪੈਣਾ ਆ, ਕਿਸੇ ਮੁਕਾਬਲੇ ਵਿੱਚ ਪੈਣਾ ਹੈ, ਤਾਂ ਸਮਝਣਾ ਪਏਗਾ ਕਿ ਗੱਲ ਕਿਹਦੇ ਨਾਲ ਹੋ ਰਹੀ ਹੈ, ਉਹਦੀਆਂ ਖੂਬੀਆਂ ਕੀ ਨੇ, ਉਹਦੀਆਂ ਤਾਕਤਾਂ ਕੀ ਨੇ। ਤਾਂ ਉੱਥੇ ਪਰੰਪਰਾ ਦਾ ਮਹੱਤਵ ਦੁਬਾਰਾ ਉਜਾਗਰ ਹੋਏਗਾ। ਤਾਂ ਇਹਦੇ ਨਾਲ ਜਦੋਂ ਪਰੰਪਰਾ ਦੇ ਨਾਲ ਸਾਡਾ ਡਿਵੈਲਪਮੈਂਟ ਹੁੰਦੀ ਹੈ, ਤਾਂ ਸਾਡੇ ਅੰਦਰ ਇਲਹਾਮ ਦਾ ਅਮਲ ਪੈਦਾ ਹੁੰਦਾ, ਪ੍ਰਤੀਤੀ ਸੱਤਿਆ ਜਾਗਦੀ ਹੈ, ਕੁਦਰਤ ਦੀ ਭਰਪੂਰਤਾ ਹੁੰਦੀ ਹੈ, ਅਤੇ ਇੱਕ ਮਨੁੱਖ ਵਿਸ਼ਵ ਮਨੁੱਖ ਬਣਨ ਤੱਕ ਦਾ ਸਫ਼ਰ ਤੈਅ ਕਰਦਾ ਹੈ, ਅਕਾਲ ਪੁਰਖ ਦਾ ਰੂਪ ਹੋਣ ਤੱਕ ਦਾ ਸਫ਼ਰ ਤੈਅ ਕਰਦਾ ਹੈ। ਦੂਸਰੇ ਪਾਸੇ ਜਦੋਂ ਪਰੰਪਰਾ ਟੁੱਟਦੀ ਹੈ ਤਾਂ ਹੋਂਦ ਸੁੰਗੜ ਜਾਂਦੀ ਹੈ। ਵੈਸਾ ਹੁਣ ਜਿੱਥੋਂ ਗੱਲ ਸ਼ੁਰੂ ਕੀਤੀ ਸੀ, ਪਦਾਰਥ ਪਦਾਰਥ ਹੈ, ਪਦਾਰਥ ਦਾ ਹੋਰ ਕਿਸੇ ਚੀਜ਼ ਨਾਲ ਕੋਈ ਲਿੰਕ ਨਹੀਂ, ਡੀ-ਲਿੰਕ ਕਰ ਦੇਣਾ। ਚੀਜ਼ਾਂ ਦੀ ਜਿਹੜੀ ਕੰਟੀਨਿਊਟੀ ਤੁਰੀ ਹੁੰਦੀ, ਜਿਵੇਂ ਰਿਲੇਅ ਦੌੜ ਹੁੰਦੀ ਹੈ, ਉਹਦੇ 'ਚ ਬੈਟਨ ਜਿਹੜਾ ਉਹ ਦੂਸਰੇ ਖਿਡਾਰੀ ਨੂੰ ਫੜਾਇਆ ਜਾਂਦਾ ਹੈ ਭੱਜ ਕੇ। ਜਿਵੇਂ ਇਹਨਾਂ ਨੇ ਡਾਕਟਰ ਕੁਲਦੀਪ ਸਿੰਘ ਹੋਣਾ ਦੱਸਿਆ ਕਿ ਪਿਛਲੀ ਪਰੰਪਰਾ ਨੇ ਅਗਲੀ ਪਰੰਪਰਾ ਨੂੰ ਕੁਛ ਦੇਣਾ ਹੁੰਦਾ। ਟਰੇਡ ਦਾ ਸ਼ਬਦ ਦਾ ਹਵਾਲਾ ਦਿੱਤਾ, ਜਿੱਥੋਂ ਇਹ ਲੈਟਿਨ ਭਾਸ਼ਾ ਦੇ ਸ਼ਬਦ ਨੇ, ਉੱਥੋਂ ਕਾੜੀ ਟਰਡੀਸ਼ਨ ਬਣਿਆ। ਸਾਡਾ ਹੈ ਪਹਿਲਾਂ ਤੋਂ ਪੁਰਾਣੇ ਸਮੇਂ ਤੋਂ ਤੁਰੀ ਆਉਂਦੀ ਚੀਜ਼। ਸਮੇਂ ਦੇ ਵਿੱਚ ਅਸੀਂ ਦੇਖਿਆ ਕਿ ਪਹਿਲਾਂ ਤੋਂ ਤੁਰੀ ਆਉਂਦੀ ਹੈ, ਪਿਛਲਿਆਂ ਨੇ ਸਾਨੂੰ ਦਿੱਤਾ ਹੈ ਕੁਛ। ਤਾਂ ਰਵਾਇਤਾਂ ਦੀ ਪਰੰਪਰਾ, ਅਨੁਸ਼ਠਾਨਾਂ ਦੀ ਪਰੰਪਰਾ, ਗਿਆਨ ਦੀ ਪਰੰਪਰਾ, ਰਾਜਨੀਤੀ ਦੀ ਪਰੰਪਰਾ, ਕੀਰਤਨ ਪਰੰਪਰਾ ਸ਼ਬਦ ਵੀ ਹੈਗਾ। ਇਹ ਸਾਰੀਆਂ ਚੀਜ਼ਾਂ ਸਾਨੂੰ ਗੁਰੂ ਨੇ ਦਿੱਤੀਆਂ। ਜਦੋਂ ਪਰੰਪਰਾਵਾਂ ਟੁੱਟਦੀਆਂ ਨੇ ਤਾਂ ਫਿਰ ਹੋਂਦ ਸੁੰਗੜਦੀ ਹੈ ਅਤੇ ਇਕੱਲਤਾ ਵਾਪਰਦੀ ਹੈ। ਉਸ ਇਕੱਲਤਾ ਦੇ ਵਿੱਚੋਂ ਮਾਨਸਿਕ ਰੋਗ ਉਪਜਦੇ ਨੇ। ਉਹਨਾਂ ਰੋਗੀ ਬੰਦਿਆਂ ਨੂੰ ਕੰਟਰੋਲ ਕਰਨਾ ਕਿੰਨਾ ਸੌਖਾ ਹੈ ਇੱਕ ਆਜ਼ਾਦ ਸ਼ਖਸੀਅਤ ਨੂੰ ਕੰਟਰੋਲ ਕਰਨ ਨਾਲੋਂ। ਤਾਂ ਸੌਖੇ ਤਰੀਕੇ ਸਰਕਾਰ ਨੇ ਲੱਭੇ, ਸੌਖੇ ਤਰੀਕੇ ਉਹਨਾਂ ਲੋਕਾਂ ਨੇ ਲੱਭੇ ਜਿਹੜੇ ਇੱਥੋਂ ਦੇ ਸ਼ਕਤੀ ਸੋਮਿਆਂ ਨੂੰ ਅਧੀਨ ਕਰਨਾ ਚਾਹੁੰਦੇ ਆ, ਜਿਹੜੇ ਇੱਥੋਂ ਦੀ ਕੁਦਰਤ ਨੂੰ ਜਾਂ ਇੱਥੋਂ ਦੀ ਜੀਓਪੋਲਿਟਿਕਸ ਨੂੰ ਜਾਂ ਪੂਰੀ ਦੁਨੀਆ ਦੀ ਪੋਲੀਟਿਕਸ ਨੂੰ, ਸ਼ਕਤੀ ਸੋਮਿਆਂ ਨੂੰ, ਆਮਦਨ ਦੇ ਸਾਧਨਾਂ ਨੂੰ, ਉਪਜ ਦੇ ਸਾਧਨਾਂ ਨੂੰ ਕੰਟਰੋਲ ਕਰਨਾ ਚਾਹੁੰਦੇ ਆ। ਤਾਂ ਇਹਦੇ ਜਦੋਂ ਆਪਾਂ ਇਹਦੀ ਗੱਲ ਕਰਦੇ ਹਾਂ ਪਰੰਪਰਾ ਦੀ, ਸਿਰਫ ਅਸੀਂ ਇਹ ਨਹੀਂ ਕਹਿ ਰਹੇ ਕਿ ਸਾਡੀਆਂ ਜੋ ਪੁਰਾਣੇ ਸਮੇਂ ਵਿੱਚ ਹੋਈਆਂ ਪਰੰਪਰਾਵਾਂ ਨੇ ਉਹਨਾਂ ਦਾ ਕੁਛ ਅੰਸ਼ ਇੱਥੇ ਉਜਾਗਰ ਕਰ ਦੇਣਾ ਅਤੇ ਉਹਦਾ ਚਰਚਾ ਕਰ ਲੈਣਾ। ਅਸੀਂ ਇਹ ਕਹਿ ਰਹੇ ਹਾਂ ਕਿ ਇਹ ਪਰੰਪਰਾਵਾਂ ਸਾਨੂੰ ਕਾਹਦੇ ਸਮਰੱਥ ਬਣਾਉਂਦੀਆਂ ਨੇ। ਇਹਨਾਂ ਪਰੰਪਰਾਵਾਂ ਦੇ ਆਸਰੇ ਅਸੀਂ ਕਿਹੜੀਆਂ ਕਿਹੜੀਆਂ ਤਾਕਤਾਂ ਨਾਲ ਲੜ ਸਕਦੇ ਹਾਂ
ਸਿੰਪਲ ਜੀ ਗੱਲ ਹੈ, ਉਹ ਸਾਨੂੰ ਇਕੱਲਾ ਕਰਨਾ ਚਾਹੁੰਦੇ ਨੇ ਤੇ ਅਸੀਂ ਨਹੀਂ ਹੋਣਾ, ਗੱਲ ਮੁੱਕੀ। ਇਕੱਲੇ ਅਸੀਂ ਤਾਂ ਨਹੀਂ ਹੁੰਦੇ ਜੇ ਸਾਡੇ ਕੋਲ ਪਰੰਪਰਾ ਹੈ। ਜੇ ਪਰੰਪਰਾ ਹੈ ਤਾਂ ਉਹਦੇ 'ਚ ਸਾਰੀ ਕਲੈਕਟਿਵ ਸਾਡੀ ਜਿਹੜੀ ਕੌਮੀ ਹੋਂਦ ਆ ਉਹ ਸ਼ਮੂਲੀਅਤ ਕਰਦੀ ਹੈ। ਜੇ ਇੱਕ ਪਰੰਪਰਾ ਹੈ, ਸਾਡੀ ਗੋਸ਼ਟ ਦੀ ਪਰੰਪਰਾ ਹੈ, ਅਸੀਂ ਗੋਸ਼ਟ 'ਤੇ ਹੈਗੇ ਹਾਂ। ਜੇ ਗੋਸ਼ਟ ਦੀ ਪਰੰਪਰਾ 'ਤੇ ਆ ਜਾਈਏ, ਅਕੈਡਮਿਕਸ ਦਾ ਸਾਰਾ ਹੀ ਮਸਲਾ ਹੱਲ ਹੈ। ਐਕੈਡੈਮਿਕਸ ਕੀ ਹੈ? ਪ੍ਰੋਫੈਸ ਕਰਨਾ। ਮੇਰੇ ਕੋਲ ਗਿਆਨ ਹੈ, ਮੈਂ ਤੁਹਾਨੂੰ ਦੇਣਾ, ਤੁਸੀਂ ਲੈ ਕੇ ਘਰ ਨੂੰ ਚੱਲ ਜਾਣਾ। ਗੋਸ਼ਟ ਕੀ ਹੈ? ਜਿੱਥੇ ਆਪਾਂ ਅਗਲਾ ਸਟੈਪ ਆ ਅੱਜ ਦੇ ਸੈਮੀਨਾਰ ਦਾ। ਗੋਸ਼ਟ ਇਹ ਹੈ, ਮੇਰੇ ਕੋਲ ਇੱਕ ਗੱਲ ਹੈ, ਮੈਂ ਤੁਹਾਡੇ ਸਾਹਮਣੇ ਰੱਖਦਾ, ਇਹਨੂੰ ਠੀਕ ਕਰੋ, ਇਹਦੇ ਵਿੱਚ ਤੁਸੀਂ ਆਪਣਾ ਯੋਗਦਾਨ ਪਾਓ, ਤਾਂ ਕਿ ਆਪਾਂ ਇਹਦੇ ਵਿੱਚੋਂ ਜੋ ਵਾਧੂ ਹੈ ਉਹਨੂੰ ਝਾੜ ਦਈਏ। ਜਿਵੇਂ ਮੂਰਤੀ ਘੜਨ ਵਾਲਾ ਮਨੁੱਖ ਹੁੰਦਾ ਹੈ, ਉਹ ਕਹਿੰਦਾ ਮੂਰਤੀ ਪੱਥਰ ਦੇ ਅੰਦਰ ਵੀ ਹੈ, ਮੇਰੇ ਅੰਦਰ ਵੀ ਹੈ। ਮੈਂ ਆਪਣੇ ਅੰਦਰਲੀ ਮੂਰਤੀ ਨੂੰ ਪੱਥਰ ਦੇ ਵਿੱਚ ਉਤਾਰਨ ਦੇ ਲਈ ਜੋ ਕੁਛ ਵਾਧੂ ਹੈ ਉਹਨੂੰ ਝਾੜ ਦਿੰਦਾ, ਮੇਰੇ ਅੰਦਰ ਵਾਲੀ ਮੂਰਤੀ ਪੱਥਰ ਵਾਲੀ ਮੂਰਤੀ 'ਚ ਪ੍ਰਗਟ ਹੋ ਜਾਂਦੀ। ਪੇਂਟਰ ਦੇ ਹੱਥ ਵਿੱਚ, ਉਹਦੇ ਮਨ ਵਿੱਚ ਪੈਦਾ ਹੋਇਆ ਸੰਕਲਪ ਆ ਜਾਂਦਾ ਹੈ, ਉਸ ਤਰ੍ਹਾਂ ਆਪਣਾ ਹੱਥ ਘੁਮਾਉਂਦਾ ਹੈ, ਜੋ ਉਹਦੇ ਮਨ ਵਿੱਚ ਹੈ ਉਹ ਕਾਗਜ਼ 'ਤੇ ਉਕਰਿਆ ਜਾਂਦਾ ਹੈ। ਇਸ ਤਰ੍ਹਾਂ ਅਸੀਂ ਰਲ ਕੇ ਕੰਸਟਰਕਟ ਕਰਨਾ। ਗੋਸ਼ਟ ਦਾ ਅਰਥ ਇਹ ਹੈ, ਇੱਕ ਵਿਚਾਰ ਤੁਸੀਂ ਦਿਓ, ਇੱਕ ਮੈਂ ਦਿਆਂ। ਜੇ ਮੇਰੇ ਵਾਲਾ ਵਿਚਾਰ ਰੱਦ ਕਰਨ ਯੋਗ ਹੈ ਤਾਂ ਆਪਾਂ ਉਹਨੂੰ ਕਰ ਦਈਏ, ਤਾਂ ਕਿ ਆਪਾਂ ਅਗਲੀ ਗੱਲ ਵੱਲ ਵੱਧ ਸਕੀਏ। ਇਹ ਨਹੀਂ ਕਿ ਮੈਂ ਗੁੱਸਾ ਕਰਕੇ ਘਰੋਂ ਦੌੜ ਜਾ, ਮੇਰੀ ਗੱਲ ਕੱਟੀ ਗਈ। ਸਾਡੀ ਇਹ ਇੱਥੇ ਆ ਜਾਈਏ, ਐਕੈਡੈਮਿਕਸ ਦੇ ਮਸਲੇ ਹੱਲ ਨੇ। ਤੋ ਲਾਸਟ ਗੱਲ ਮੈਂ ਇਹੀ ਕਹਿਣਾ ਚਾਹੁੰਦਾ ਕਿ ਅੱਜ ਦੇ ਸਮੇਂ ਵਿੱਚ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਆਪਣੀਆਂ ਪਰੰਪਰਾਵਾਂ ਦੇ ਉੱਤੇ ਬਹੁਤ ਕਰੜਾਈ ਨਾਲ ਪਹਿਰਾ ਦੇਣਾ ਪਵੇਗਾ। ਪਹਿਲਾਂ ਅਸੀਂ ਪਹਿਰਾ ਦਿਆਂਗੇ, ਤਦ ਹੀ ਦੁਨੀਆ ਨੂੰ ਪਤਾ ਲੱਗੇਗਾ ਕਿ ਉਹਦੇ 'ਚ ਉਚਾਈ ਕੀ ਹੈ। ਅਮਲ ਦੇ ਵਿੱਚ ਪਤਾ ਲੱਗਦਾ। ਇੱਕ ਸਾਡੀ ਲੰਗਰ ਦੀ ਪਰੰਪਰਾ ਹੈ। ਆ ਕੋਵਿਡ ਦੇ ਸਮੇਂ ਦੇ ਵਿੱਚ ਇਕੱਲਾ ਲੰਗਰ ਹੀ ਹਿੰਦੁਸਤਾਨ ਨੇ ਦੇਖਿਆ ਜਾਂ ਦੁਨੀਆ ਦੇ ਬਾਕੀ ਮੁਲਕਾਂ ਨੇ ਦੇਖਿਆ, ਇਕੱਲਾ ਲੰਗਰ। ਗੁਰੂ ਨੇ ਤੁਹਾਨੂੰ ਦੇ ਦਿੱਤਾ, ਤੁਸੀਂ ਉਹਨੂੰ ਚਲਾਉਂਦੇ ਹੋ। ਕਿੰਨੇ ਇੱਥੇ ਸਿਆਣੇ ਬੰਦੇ ਪੈਦਾ ਹੋਏ, ਕਹਿੰਦੇ ਲੰਗਰ ਨਾ ਲਾਓ, ਤੁਸੀਂ ਇਹ ਕੁਛ ਹੋਰ ਕਰ ਲਓ। ਇਕੱਲੇ ਲੰਗਰ 'ਚੋਂ ਹੀ ਕਿੰਨਾ ਕੁਛ ਸਿੱਖਾਂ ਦੀ ਉਚਾਈ ਪ੍ਰਗਟ ਹੋਈ। ਦੁਨੀਆ ਨੇ ਕੀ ਕੁਛ ਦੇਖਿਆ, ਕੀ ਕੁਛ ਤੁਹਾਡੇ ਬਾਰੇ ਕਿਹਾ, ਉਹ ਮੈਂ ਇੱਥੇ ਦੁਹਰਾਉਣਾ ਨਹੀਂ, ਸਿਰਫ ਮੈਂ ਯਾਦ ਹੀ ਕਰਾਉਣਾ ਚਾਹੁੰਦਾ ਕਿ ਇੱਕ ਪਰੰਪਰਾ ਨਾਲ ਹੀ ਦੁਨੀਆ ਜਿੱਤੀ ਜਾ ਸਕਦੀ ਹੈ। ਅਤੇ ਗੁਰੂ ਨੇ ਤਾਂ ਹੜ ਵਗਾਤਾ ਹੈ ਤੁਹਾਡੇ ਲਈ। ਇਸ ਕਰਕੇ ਆਪਣੀਆਂ ਪਰੰਪਰਾਵਾਂ 'ਤੇ ਆਈਏ, ਉਹਨਾਂ ਨੂੰ ਸਿਰਫ ਨਵਿਆਂ ਦੇ ਚਾਅ 'ਚ ਰੱਦ ਨਾ ਕਰੀਏ। ਬਹੁਤ ਕੁਛ ਹੋਇਆ ਆ, ਬਹੁਤ ਕੁਛ ਹੋਈ ਜਾਏਗਾ। ਐਕੈਡੈਮਿਕਸ ਦੇ ਵਿੱਚ ਇਹ ਸੱਚ ਹੈ ਕਿ ਜਿਹੜੀਆਂ ਧਾਰਮਿਕ ਪਰੰਪਰਾਵਾਂ ਨੇ ਉਹਨਾਂ ਨੂੰ ਬਣਦਾ ਥਾਂ ਨਹੀਂ ਮਿਲਦਾ, ਪਰ ਅੱਜ ਸਮਾਂ ਬਦਲ ਵੀ ਰਿਹਾ। ਤੁਸੀਂ ਸਾਰੇ ਐਕੈਡੈਮਿਕਸ ਵਾਲੇ ਬੰਦੇ ਬੈਠੇ ਉੱਥੇ, ਨਵੇਂ ਜਿੰਨਾ ਯੂਥ ਬੈਠਾ ਹੈ, ਜਿਹੜੇ ਸ਼ਹੀਦ ਮਿਸ਼ਨਰੀ ਕਾਲਜ ਦੇ ਵਿਦਿਆਰਥੀ ਹੈ, ਚਾਹੇ ਖਡੂਰ ਸਾਹਿਬ ਤੋਂ ਇੱਥੇ ਆ ਕੇ ਪੜ੍ਹ ਰਹੇ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ, ਜਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿੱਧੇ ਆਪਣੇ ਡਿਪਾਰਟਮੈਂਟ ਦੇ ਵਿਦਿਆਰਥੀ ਜੇ ਖੋਜ ਵਿਦਿਆ ਕਰ ਰਹੇ ਨੇ, ਉਹਨਾਂ ਸਾਰਿਆਂ ਦੇ ਲਈ ਇਹ ਬਣਦੀ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਸੰਵਾਦ ਨੂੰ ਇਸ ਤੋਂ ਅੱਗੇ ਲੈ ਕੇ ਜਾਈਏ। ਜੋ ਕੁਛ ਪਹਿਲਿਆਂ ਨੂੰ ਪਤਾ ਸੀਗਾ ਉਹਨਾਂ ਤੁਹਾਡੇ ਸਾਹਮਣੇ ਰੱਖਤਾ ਹੈ। ਪ੍ਰਧਾਨਗੀ ਭਾਸ਼ਣ ਸੰਤ ਜੀ ਨੇ ਕਰਨਾ, ਉਹਨਾਂ ਨੇ ਗਿਆਨ ਪਰੰਪਰਾ 'ਤੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ। ਜੋ ਕੁਛ ਇਹਨਾਂ ਕੋਲ ਸੀ ਤੁਹਾਡੇ ਅੱਗੇ ਰੱਖਤਾ, ਹੁਣ ਅਗਲਾ ਸਟੈਪ ਤੁਹਾਡੇ ਕੋਲ ਹੈ। ਇੰਨਾ ਕਹਿੰਦਾ ਹੋਇਆ ਕਿ ਮੇਰਾ ਜੱਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।